ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਚੈਨਲ ਸਿੰਘ ਲਾਈਫਸਟਾਈਲ ਨਿਊਜ਼ੀਲੈਂਡ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਜੀ ਸਾਰੇ ਵੀਜ਼ਿਆਂ ਬਾਰੇ। ਨਿਊ ਰੂਲਸ ਆਏ ਨੇ ਨਿਊਜ਼ੀਲੈਂਡ ਦੇ ਵਿੱਚ, ਅਨਾਉਂਸ ਹੋਏ ਸੀ ਲਾਸਟ ਵੀਕ। ਮੈਨੂੰ ਮੈਸੇਜ ਆ ਰਹੇ ਸੀ ਵੀਰੇ ਸਟੂਡੈਂਟ ਵੀਜ਼ਾ ਬਾਰਡਰ ਓਪਨ ਹੋ ਗਏ ਕਿ ਨਹੀਂ ਹੋ ਗਏ, ਜਾਂ ਸਟੂਡੈਂਟ ਵੀਜ਼ਾ ਬਾਰੇ ਦੱਸੋ ਜਾਂ ਫਿਰ ਪਾਰਟਨਰਸ਼ਿਪ ਵੀਜ਼ਾ ਬਾਰੇ ਦੱਸੋ। ਸੋ ਅੱਜ ਆਪਾਂ ਇਸ ਵੀਡੀਓ ਵਿੱਚ ਸਾਰਾ ਕੁਝ ਕਵਰ ਕਰਾਂਗੇ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਰੈਜ਼ੀਡੈਂਟ ਵੀਜ਼ਾ ਤੇ ਪਾਰਟਨਰਸ਼ਿਪ ਵਰਕ ਵੀਜ਼ਾ ਤੇ ਸਿੰਪਲ ਵਰਕ ਵੀਜ਼ਾ। ਉਹ ਸਾਰਾ ਕੁਝ ਕਵਰ ਕਰਾਂਗੇ, ਬਣੇ ਰਹੋ ਵੀਡੀਓ ਵਿੱਚ। ਸਟਾਰਟ ਕਰਦੇ ਹਾਂ ਜੀ। बड़े चिरा बाद साढ़े जानी याद 1 2 3 4 मैं ਤਾਂ ਪਾ ਦੂੰ ਭਰਥੂ। ਹਾਂਜੀ ਜੀ, ਪਹਿਲਾਂ ਗੱਲ ਕਰਦੇ ਹਾਂ ਜੀ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਬਾਰੇ। ਪਿਛਲੇ 2 ਸਾਲਾਂ ਤੋਂ ਤੁਹਾਨੂੰ ਪਤਾ ਹੀ ਹੋਊਗਾ ਕਿ ਨਿਊਜ਼ੀਲੈਂਡ ਦੇ ਬਾਰਡਰ ਕਲੋਜ਼ ਸੀ। ਸਿਰਫ ਰੈਜ਼ੀਡੈਂਟ ਵੀਜ਼ਾ ਵਾਲੇ ਜਾਂ ਸਿਟੀਜ਼ਨ ਜਿਹੜਾ ਨਿਊਜ਼ੀਲੈਂਡ ਦਾ ਹੈਗਾ ਉਹ ਆ ਸਕਦੇ ਸੀ, ਉਹ ਵੀ ਲਾਸਟ 6 ਮੰਥ ਤੋਂ ਆਉਣੇ ਸਟਾਰਟ ਹੋਏ ਨੇ। ਨਹੀਂ ਤਾਂ ਫੁੱਲੀ ਬਾਰਡਰ ਕਲੋਜ਼ ਸੀ, ਕੋਈ ਆ ਜਾ ਸਕਦਾ ਨਹੀਂ ਸੀ। ਜਾ ਸਕਦੇ ਸੀ ਤੁਸੀਂ ਆਊਟ ਆਫ ਕੰਟਰੀ, ਪਰ ਤੁਸੀਂ ਆ ਨਹੀਂ ਸਕਦੇ ਸੀ। ਸਾਰੀਆਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਜਿੰਨੀਆਂ ਵੀ ਐਪਲੀਕੇਸ਼ਨਸ ਹੈ, ਜਾਂ ਚਾਹੇ ਉਹ ਸਟੂਡੈਂਟ ਹੋਏ, ਚਾਹੇ ਉਹ ਵਿਜ਼ਟਰ ਵੀਜ਼ਾ ਵਾਲੀਆਂ ਹੋ ਗਏ, ਜਾਂ ਉਹ ਪਾਰਟਨਰਸ਼ਿਪ ਵੀਜ਼ਾ ਵਾਲੇ ਹੋ ਗਏ, ਉਹ ਸਾਰਾ ਕੁਝ ਕਲੋਜ਼ ਸੀ। ਸੋ 1 ਅਗਸਤ 2022 ਤੋਂ ਬਾਰਡਰ ਓਪਨ ਹੋਣ ਜਾ ਰਹੇ ਨੇ ਜੀ। ਪਹਿਲਾਂ ਇਹਨਾਂ ਦਾ ਪਲਾਨ ਸੀ ਕਿ ਅਕਤੂਬਰ ਨੂੰ ਕਰਨਾ, ਪਰ ਕੋਵਿਡ ਕੇਸਿਸ ਇਹਨਾਂ ਨੂੰ ਪਤਾ ਵੀ ਹੁਣ ਸਾਰਾ ਕੁਝ ਨੋਰਮਲ ਹੋਈ ਜਾਂਦਾ ਆ, ਸੋ ਇਸ ਕਰਕੇ ਇਹਨਾਂ ਨੇ ਥੋੜ੍ਹਾ ਜਿਹਾ ਅੱਗੇ ਕਰ ਦਿੱਤੇ। ਸੋ 1 ਅਗਸਤ ਤੋਂ 2022 ਤੋਂ ਤੁਸੀਂ ਆਪਣੀ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਲਾ ਸਕਦੇ ਹੋ, ਚਾਹੇ ਉਹ ਤੁਸੀਂ ਪੇਰੈਂਟਸ ਬੁਲਾਉਣੇ ਹੋਣ, ਚਾਹੇ ਤੁਸੀਂ ਨੋਰਮਲ ਵਿਜ਼ਟਰ ਵੀਜ਼ਾ ਨਿਊਜ਼ੀਲੈਂਡ ਦਾ ਅਪਲਾਈ ਕਰਨਾ ਹੋਵੇ, ਚਾਹੇ ਤੁਸੀਂ ਤੁਹਾਡੇ ਪਾਰਟਨਰਸ ਤੁਸੀਂ ਆਪਣਾ ਬੁਲਾਉਣਾ ਚਾਹੁੰਦੇ ਹੋ ਉਹਨਾਂ ਦੇ ਲਈ ਵਿਜ਼ਟਰ ਵੀਜ਼ਾ ਅਪਲਾਈ ਕਰਨਾ। ਸੋ ਤੁਸੀਂ 1 ਅਗਸਤ 2022 ਤੋਂ ਆਪਣੀ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਤੁਸੀਂ ਪਾ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਪਾਰਟਨਰਸ਼ਿਪ ਵੀਜ਼ਾ ਬਾਰੇ। ਪਾਰਟਨਰਸ਼ਿਪ ਵੀਜ਼ਾ ਬਾਰੇ ਪਹਿਲਾਂ ਦੀ ਕੰਡੀਸ਼ਨ ਹੁੰਦੀ ਸੀ ਕਿ 12 ਮੰਥ ਤੁਹਾਨੂੰ ਨਾਲ ਰਹਿਣਾ ਪੈਣਾ ਆ, ਤਾਂ ਤੁਸੀਂ ਆਪਣੇ ਪਾਰਟਨਰ ਦੇ ਲਈ ਤੁਸੀਂ ਉੱਥੋਂ ਇੰਡੀਆ ਤੋਂ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ। ਪਰ ਹੁਣ ਉਹਨਾਂ ਨੇ ਸ਼ਾਇਦ ਉਹ 12 ਮੰਥ ਦਾ ਰੂਲ ਕੈਂਸਲ ਕਰ ਦਿੱਤਾ ਆ, ਤੇ ਤੁਸੀਂ ਨੋਰਮਲ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਪਾਣੀ ਆ। ਤੁਸੀਂ ਇੱਥੇ ਆ ਜਾਓਗੇ, ਉਹ ਤੋਂ ਬਾਅਦ ਤੁਸੀਂ 3 ਜਾਂ 4 ਮਹੀਨੇ ਬਾਅਦ ਆਪਣਾ ਵਰਕ ਵੀਜ਼ਾ ਪਾ ਸਕਦੇ ਹੋ। ਜਿਨ੍ਹਾਂ ਦੀ ਰੀਸੈਂਟਲੀ ਮੈਰਿਜ ਹੋਈ ਆ, 3 ਮੰਥ ਹੋਏ ਨੇ ਜਾਂ ਫਿਰ 1 ਮੰਥ ਹੋਇਆ ਜਾਂ 2 ਮੰਥ ਹੋਏ ਨੇ, 3 ਮੰਥ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਉਹ ਕਲਚਰਲੀ ਅਰੇਂਜਡ ਮੈਰਿਜ ਵੀਜ਼ਾ ਵੀ ਪਾ ਸਕਦੀ ਹੈ। ਫਿਰ ਤੁਹਾਡਾ ਉੱਥੇ ਕਲਚਰ ਦੇ ਹਿਸਾਬ ਨਾਲ ਤੁਹਾਡੀ ਮੈਰਿਜ ਹੋਈ ਆ, ਸੋ ਤੁਸੀਂ ਉਹ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ। ਨਿਊ ਰੂਲਸ ਜਿਹੜੇ ਇਮੀਗ੍ਰੇਸ਼ਨ ਨੇ ਹੁਣ ਅਨਾਉਂਸ ਕੀਤੇ ਆ, ਉਹਦੇ ਵਿੱਚ ਇੱਕ ਜਿਹੜੇ ਪਾਰਟਨਰਸ਼ਿਪ ਵੀਜ਼ਾ ਵਾਲੇ ਉਹਨਾਂ ਲਈ ਇੱਕ ਨਿਊਜ਼ ਆ। ਪਹਿਲਾਂ ਦੇਖੋ, ਤੁਹਾਨੂੰ ਇੱਥੇ ਤੁਸੀਂ ਵਿਜ਼ਟਰ ਵੀਜ਼ਾ ਤੇ ਆਉਂਦੇ ਸੀ, ਵਿਜ਼ਟਰ ਵੀਜ਼ਾ ਐਪਲੀਕੇਸ਼ਨ ਲਗਵਾ ਕੇ ਜਿਹੜਾ ਪਾਰਟਨਰ ਹੁੰਦਾ ਸੀ, ਤੇ ਇੱਥੇ ਆ ਕੇ ਤੁਸੀਂ ਆਪਣੇ ਪਾਰਟਨਰ ਦੇ ਉਹਦੇ ਉੱਤੇ ਡਿਪੈਂਡੈਂਟ ਹੋ ਕੇ ਤੁਸੀਂ ਵਰਕ ਵੀਜ਼ਾ ਅਪਲਾਈ ਕਰ ਦਿੰਦੇ ਸੀ 4 ਜਾਂ 5 ਮਹੀਨੇ ਇੱਥੇ ਰਹਿਣ ਤੋਂ ਬਾਅਦ। ਪਰ ਹੁਣ 2000 ਦਸੰਬਰ 22 ਤੋਂ ਕੀ ਹੋਣਾ ਆ, ਤੁਹਾਨੂੰ ਸਿਰਫ ਵਿਜ਼ਟਰ ਵੀਜ਼ਾ ਦੇ ਐਲੀਜੀਬਲ ਹੋਣੇ, ਤੁਸੀਂ ਓਪਨ ਵਰਕ ਵੀਜ਼ਾ ਨਹੀਂ ਅਪਲਾਈ ਕਰ ਸਕਦੇ। ਪਹਿਲਾਂ ਤੁਹਾਨੂੰ ਓਪਨ ਵਰਕ ਵੀਜ਼ਾ ਮਿਲ ਜਾਂਦਾ ਹੁੰਦਾ ਸੀ, ਦਸੰਬਰ 2022 ਤੋਂ ਬਾਅਦ ਤੁਹਾਨੂੰ ਓਪਨ ਵਰਕ ਵੀਜ਼ਾ ਨਹੀਂ ਮਿਲਣਾ ਅਗਰ ਤੁਹਾਡਾ ਪਾਰਟਨਰ ਜਿਹੜਾ ਆ ਉਹ ਰੈਜ਼ੀਡੈਂਟ ਨਹੀਂ ਆ ਜਾਂ ਸਿਟੀਜ਼ਨ ਨਹੀਂ ਆ। ਅਗਰ ਤੁਹਾਡਾ ਪਾਰਟਨਰ ਰੈਜ਼ੀਡੈਂਟ ਹੈਗਾ ਇੱਥੇ ਪੱਕਾ ਆ, ਤੇ ਸਿਟੀਜ਼ਨਸ਼ਿਪ ਹੈਗੀ ਉਹਦੇ ਕੋਲ, ਜਾਂ ਪੱਕਾ ਵੀ ਆ ਨੋਰਮਲ ਰੈਜ਼ੀਡੈਂਟ ਵੀਜ਼ਾ ਵੀ ਹੈਗਾ, ਤਾਂ ਤੁਸੀਂ ਉਹਦੇ 'ਤੇ ਡਿਪੈਂਡ ਹੋ ਕੇ ਤੁਸੀਂ ਆਪਣਾ ਓਪਨ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ। ਉਹਦੇ ਲਈ ਕੋਈ ਰੂਲ ਨਹੀਂ ਚੇਂਜ ਹੋਇਆ। ਪਰ ਜਿਹੜੇ ਇੱਥੇ ਵਰਕ ਵੀਜ਼ਾ ਦੇ ਉੱਤੇ ਆ, ਤੁਹਾਡੇ ਪਾਰਟਨਰ ਜਿਹੜਾ ਆ ਵਰਕ ਵੀਜ਼ਾ 'ਤੇ ਇੱਥੇ ਆ, ਤੁਸੀਂ ਉਹਦੇ ਡਿਪੈਂਡ ਹੋ ਕੇ ਤੁਸੀਂ ਆਪਣਾ ਵਰਕ ਵੀਜ਼ਾ ਓਪਨ ਵਰਕ ਵੀਜ਼ਾ ਲਗਵਾਉਣਾ ਆ। ਉਹ ਸਿਰਫ ਦਸੰਬਰ 2022 ਤੋਂ ਪਹਿਲਾਂ ਲਗਵਾ ਸਕਦੇ। ਦਸੰਬਰ 2022 ਤੋਂ ਬਾਅਦ ਤੁਹਾਨੂੰ ਉਹ ਵਰਕ ਵੀਜ਼ਾ ਨਹੀਂ ਮਿਲੂਗਾ। ਅਗਰ ਤੁਹਾਨੂੰ ਵਰਕ ਵੀਜ਼ਾ ਹੋਲਡਰ ਤੁਹਾਡਾ ਪਾਰਟਨਰ ਹੈਗਾ, ਤੁਸੀਂ ਉਹਦੇ ਡਿਪੈਂਡ ਹੋ ਕੇ ਲਵਾਉਣਾ, ਤੁਹਾਨੂੰ ਵਿਜ਼ਟਰ ਵੀਜ਼ਾ ਮਿਲ ਜੂਗਾ। ਪਰ ਅਗਰ ਤੁਸੀਂ ਵਰਕ ਵੀਜ਼ਾ ਲਵਾਉਣਾ, ਉਹ ਤੁਹਾਨੂੰ ਆਪ ਕੋਸ਼ਿਸ਼ ਕਰਨੀ ਪੈਣੀ, ਆਪ ਜੋਬ ਲੱਭਣੀ ਪੈਣੀ ਆ, ਤੇ ਜੋਬ ਲੱਭ ਕੇ ਤੁਸੀਂ ਆਪਣੇ ਇੰਪਲੋਇਰ ਤੁਹਾਨੂੰ ਸਪੋਰਟ ਕਰੂਗਾ ਤੇ ਤੁਸੀਂ ਆਪਣਾ ਵਰਕ ਵੀਜ਼ਾ ਲਗਵਾ ਸਕਦੇ ਹੋ। ਡਿਪੈਂਡੈਂਟ ਵੀਜ਼ਾ ਲੱਗਣਾ ਆ ਤੁਹਾਡੇ ਪਾਰਟਨਰ ਦੇ ਉੱਤੇ, ਉਹ ਹੈਗਾ ਆ ਸਿਰਫ ਵਿਜ਼ਟਰ ਵੀਜ਼ਾ ਹੀ ਲੱਗਣਾ। ਇਹ ਸਿਰਫ ਜਿਹੜਾ ਹੈਗਾ ਦਸੰਬਰ 2022 ਤੋਂ ਬਾਅਦ ਰੂਲ ਜਾ। ਜੇ ਉਹ ਤੋਂ ਪਹਿਲਾਂ ਤੁਸੀਂ ਵਿਜ਼ਟਰ ਵੀਜ਼ਾ ਵਰਕ ਵੀਜ਼ਾ ਐਪਲੀਕੇਸ਼ਨ ਕਰਦੇ ਹੋ, ਤਾਂ ਤੁਹਾਡਾ ਵਰਕ ਵੀਜ਼ਾ ਆਉਣ ਦੇ ਵੀ ਚਾਂਸਸ ਹੈਗੇ। ਔਰ ਪਹਿਲਾਂ ਕੀ ਹੁੰਦਾ ਸੀ, ਓਪਨ ਵਰਕ ਵੀਜ਼ਾ ਵਾਲੇ ਜਦੋਂ ਤੁਹਾਨੂੰ ਪਾਰਟਨਰ ਨੂੰ ਓਪਨ ਵਰਕ ਵੀਜ਼ਾ ਮਿਲ ਜਾਂਦਾ ਸੀ, ਤੇ ਉਹ 40 ਘੰਟੇ 50 ਘੰਟੇ 60 ਘੰਟੇ ਜਿੰਨੀ ਮਰਜ਼ੀ ਘੰਟੇ ਲਾ ਸਕਦੇ ਸੀ ਨਾ, ਕੰਮ ਕਰ ਸਕਦੇ ਸੀ। ਪਰ ਹੁਣ ਦਸੰਬਰ 2022 ਤੋਂ ਬਾਅਦ ਅਗਰ ਤੁਹਾਡਾ ਵੀਜ਼ਾ ਲੱਗਦਾ ਆ, ਤੁਸੀਂ ਆਪਣੇ ਇੰਪਲੋਇਰ ਤੋਂ ਵੀਜ਼ਾ ਲਗਵਾਉਂਦੇ ਹੋ, ਪਾਰਟਨਰ ਤੋਂ ਨਹੀਂ ਲਗਵਾਉਂਦੇ ਹੋ, ਤਾਂ ਤੁਹਾਨੂੰ ਸਿਰਫ 30 ਘੰਟੇ ਕੰਮ ਕਰਨਾ ਪੈਣਾ ਆ। 30 ਘੰਟੇ ਦੇ ਉੱਤੇ ਕੰਮ ਨਹੀਂ ਕਰ ਸਕਦੇ ਤੁਸੀਂ, ਸਿਰਫ 30 ਘੰਟੇ ਦੇ ਥੱਲੇ ਹੀ ਕੰਮ ਕਰਨਾ। ਪਹਿਲਾਂ ਹੁੰਦਾ ਸੀ ਕਿ ਤੁਸੀਂ ਜਿੰਨਾ ਮਰਜ਼ੀ ਕੰਮ ਕਰੋ, ਪਰ ਹੁਣ ਤੁਹਾਨੂੰ ਸਿਰਫ 30 ਆਵਰਸ ਮਿਲਣੇ ਆ। ਪਰ ਜੇ ਤੁਹਾਡਾ ਪਾਰਟਨਰ ਰੈਜ਼ੀਡੈਂਟ ਆ ਜਾਂ ਸਿਟੀਜ਼ਨ ਆ, ਤੇ ਤੁਸੀਂ ਫਿਰ ਆਪਣਾ ਨੋਰਮਲ ਉਹਨੂੰ ਓਪਨ ਵਰਕ ਵੀਜ਼ਾ ਮਿਲ ਜਾਣਾ ਆ, ਤੇ ਤੁਸੀਂ ਕੰਮ ਕਰ ਸਕਦੇ ਹੋ। ਅੱਜ ਹਵਾ ਬਹੁਤ ਚੱਲ ਰਹੀ ਆ, ਤੇ ਕੈਮਰਾ ਵੀ ਆਪਣਾ ਹਿੱਲ ਰਿਹਾ, ਮੀਂਹ ਦਾ ਮੌਸਮ ਆ, ਹਵਾ ਬਹੁਤ ਚੱਲਦੀ ਪਈ, ਆਵਾਜ਼ ਜੇ ਘੱਟ ਵੱਧ ਆਉਂਦੀ ਹੋਈ ਬਾਈ ਆਪਣਾ ਦੇਖ ਲਿਓ। ਮੈਂ ਤਾਂ ਪੂਰੀ ਕੋਸ਼ਿਸ਼ ਕਰ ਰਿਹਾ ਵੀ ਉੱਚੀ ਬੋਲਾਂ ਤੇ ਤੁਹਾਨੂੰ ਆਵਾਜ਼ ਪੂਰੀ ਸੁਣਾਈ ਦੇਵੇ। ਹੁਣ ਗੱਲ ਕਰਦੇ ਹਾਂ ਜੀ ਆਪਾਂ ਰੈਜ਼ੀਡੈਂਟ ਵੀਜ਼ਾ ਬਾਰੇ। ਰੈਜ਼ੀਡੈਂਟ ਵੀਜ਼ਾ ਪਿਛਲੇ 2 ਸਾਲਾਂ ਤੋਂ ਬੰਦ ਸੀ। ਸਕਿਲਡ ਮਾਈਗਰੈਂਟ ਕੈਟੇਗਰੀ, ਜਿਹੜੇ ਤੁਸੀਂ ਕਿਸੇ ਆਊਟ ਆਫ ਨਿਊਜ਼ੀਲੈਂਡ ਜਿਹੜੇ ਤੁਸੀਂ ਰਹਿੰਦੇ ਹੋ, ਇੰਡੀਆ ਜਿੱਥੇ ਵੀ ਰਹਿੰਦੇ ਹੋ ਤੁਸੀਂ,
ਉੱਥੋਂ ਤੁਸੀਂ ਆਪਣੇ ਪੁਆਇੰਟ ਕੈਲਕੂਲੇਟ ਕਰਦੇ ਸੀ ਐਕਸਪੀਰੀਅੰਸ ਦੇ ਬੇਸ ਦੇ ਉੱਤੇ। ਅਗਰ ਤੁਹਾਨੂੰ ਜੋਬ ਆਫਰ ਇੱਥੇ ਹੁੰਦੀ ਆ, ਨਹੀਂ ਵੀ ਹੁੰਦੀ ਤਾਂ ਵੀ ਤੁਹਾਡੇ ਅਗਰ ਪੁਆਇੰਟ ਪੂਰੇ ਹੁੰਦੇ ਸੀ, 160 ਦੇ ਉੱਤੇ ਪੁਆਇੰਟ ਬਣਦੇ ਸੀ, ਤੁਸੀਂ ਉੱਥੋਂ PR ਦੀ ਫਾਈਲ ਲਾ ਸਕਦੇ ਸੀ। ਹੁਣ ਉਹ ਹੋਲਡ ਨੇ ਸਾਰੀਆਂ PR ਫਾਈਲਾਂ, ਸ਼ਾਇਦ ਇਹਨਾਂ ਨੇ ਹੁਣ ਰਿਜ਼ਿਊਮ ਕਰ ਦਿੱਤੀਆਂ ਲਾਸਟ ਮੰਥ ਤੋਂ, ਪਰ ਉਹਦਾ ਡਿਸੀਜਨ ਹਜੇ ਬਹੁਤ ਲੇਟ ਆਉਣਾ ਆ। ਸੋ ਉਹਨਾਂ ਦੇ ਲਈ ਵੀ ਇਹਨਾਂ ਨੇ ਇੱਕ ਨਿਊ ਰੂਲ ਅਨਾਉਂਸ ਕੀਤੇ ਨੇ, ਇੱਕ ਗ੍ਰੀਨ ਲਿਸਟ ਕੱਢੀ ਆ। ਉਹ ਗ੍ਰੀਨ ਲਿਸਟ ਦੀ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਾ ਲਿੰਕ ਦੇ ਦਾਂਗਾ, ਤੁਸੀਂ ਉਹਦੇ ਉੱਤੇ ਕਲਿੱਕ ਕਰ ਸਕਦੇ ਹੋ। ਉਹਦੇ ਵਿੱਚ ਕਈ ਜੋਬ ਓਕੂਪੇਸ਼ਨ ਆ ਜਾਂਦੀਆਂ ਨੇ। ਪਲੰਬਰ ਹੋ ਗਿਆ, ਇਲੈਕਟ੍ਰੀਕਲ ਇੰਜੀਨੀਅਰ, ਇਲੈਕਟ੍ਰੋਨਿਕ ਇੰਜੀਨੀਅਰ, ਨਰਸਿਸ, ਰਜਿਸਟਰਡ ਨਰਸ, ਟੀਚਰਸ ਹੋ ਗਏ, ਇਲੈਕਟ੍ਰੀਸ਼ੀਅਨ ਹੋ ਗਿਆ, ਆਟੋਮੇਸ਼ਨ ਟੈਕਨੀਸ਼ੀਅਨ ਹੋ ਗਿਆ, ਟੈਲੀਕਮਿਊਨੀਕੇਸ਼ਨ ਇੰਜੀਨੀਅਰ ਹੋ ਗਿਆ, ਕਈ ਜੋਬਾਂ ਆਉਂਦੀਆਂ ਨੇ, ਟੀਚਰਸ ਹੋ ਗਏ। ਇਹਨਾਂ ਦੇ ਵਿੱਚ ਅਗਰ ਤੁਹਾਡੀ ਜੋਬ ਆਉਂਦੀ ਹੈ ਤਾਂ ਤੁਸੀਂ ਇੰਡੀਆ ਤੋਂ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ। ਉਹ ਐਕਸਪੀਰੀਅੰਸ ਵੀ ਕਾਊਂਟ ਕਰਦੇ ਆ। ਉਹਦੀਆਂ ਕੁਝ ਕੰਡੀਸ਼ਨਸ ਨੇ। ਅਗਰ ਤੁਸੀਂ ਇੱਥੇ ਜੋਬ ਅਪਲਾਈ ਕਰਦੇ ਹੋ, ਤੁਹਾਨੂੰ ਕੰਪਨੀ ਕੋਈ ਜੋਬ ਆਫਰ ਕਰਦੀ ਆ, ਤਾਂ ਤੁਸੀਂ ਇੰਡੀਆ ਤੋਂ, ਅਗਰ ਤੁਹਾਡੀ 85 ਜੋਬ ਓਕੂਪੇਸ਼ਨ ਦੇ ਵਿੱਚ ਹੀ ਤੁਹਾਡੀ ਉਹ ਜੋਬ ਆਉਂਦੀ ਆ, ਤੁਸੀਂ ਇੰਡੀਆ ਤੋਂ ਅਪਲਾਈ ਕਰਦੇ ਹੋ ਇੱਥੇ, ਫਿਰ ਤੁਹਾਨੂੰ 2 ਸਾਲ ਦਾ ਵਰਕ ਵੀਜ਼ਾ ਮਿਲਣਾ ਆ, 2 ਸਾਲ ਜਾਂ 3 ਸਾਲ ਦਾ, ਜਿੰਨੇ ਦਾ ਵੀ ਹੋਇਆ। ਉਹ ਤੁਸੀਂ ਇੱਥੇ ਆ ਜਾਣਾ। ਫਿਰ ਤੁਸੀਂ ਅਗਸਤ ਵਿੱਚ ਤੁਸੀਂ ਉਹ ਵੀ ਅਪਲਾਈ ਕਰ ਸਕਦੇ ਹੋ। ਅਗਸਤ ਤੋਂ ਬਾਅਦ ਫਿਰ ਸਤੰਬਰ ਦੇ ਵਿੱਚ ਤੁਸੀਂ ਆਪਣੀ ਰੈਜ਼ੀਡੈਂਸੀ ਲਾ ਸਕਦੇ ਹੋ। ਉਹਦੇ ਵਿੱਚ ਵੀ ਥੋੜੀਆਂ ਐਕਸਪੀਰੀਅੰਸ ਰਿਕੁਆਇਰਮੈਂਟ ਨੇ, ਉਹ ਤੁਸੀਂ ਆਪ ਦੇਖ ਲੈਣਾ ਵੀ ਕਿਹੜੀ ਰਿਕੁਆਇਰਮੈਂਟ ਚਾਹੀਦੀਆਂ ਨੇ। ਕਹਿਣ ਦਾ ਮਤਲਬ, ਤੁਸੀਂ ਆਊਟ ਆਫ ਨਿਊਜ਼ੀਲੈਂਡ ਅਗਰ ਰਹਿੰਦੇ ਹੋ, ਤੁਸੀਂ ਅਗਸਤ ਦੇ ਵਿੱਚ ਅਗਰ ਤੁਹਾਨੂੰ ਜੋਬ ਆਫਰ ਇੱਥੇ ਹੁੰਦੀ ਆ, ਤੁਸੀਂ ਆ ਸਕਦੇ ਹੋ ਵਰਕ ਵੀਜ਼ਾ ਦੇ ਉੱਤੇ, ਤੇ ਸਤੰਬਰ ਦੇ ਵਿੱਚ ਤੁਸੀਂ ਆਪਣੀ ਰੈਜ਼ੀਡੈਂਸੀ ਫਾਈਲ ਲਗਾ ਸਕਦੇ ਹੋ। ਇੱਕ ਹੋਰ ਚੀਜ਼, ਜੇ ਤੁਹਾਨੂੰ ਕੋਈ ਜੋਬ ਆਫਰ ਇੱਥੇ ਕਰਦਾ ਆ, ਨਿਊਜ਼ੀਲੈਂਡ ਦਾ ਮੀਡੀਅਮ ਵੇਜ ਜਿਹੜਾ ਇੱਥੇ ਹੈਗਾ ਆ ਇਸ ਵੇਲੇ, ਉਹ ਹੈਗਾ 27.76 ਪਰ ਆਵਰ। ਤੁਹਾਨੂੰ ਅਗਰ ਪੇ ਰੇਟ ਹੈਗਾ ਆ, ਉਹਨੂੰ ਮੀਡੀਅਮ ਵੇਜ ਕਹਿੰਦੇ ਨੇ ਇੱਥੇ ਨਿਊਜ਼ੀਲੈਂਡ ਦੇ ਵਿੱਚ। 1 ਘੰਟਾ ਅਗਰ ਤੁਹਾਨੂੰ $27.76 ਮਿਲਦੇ ਨੇ। ਜੇ ਤੁਹਾਨੂੰ ਇਹਦਾ ਡਬਲ ਕੀਤਾ ਜਾਵੇ, 54 ਜਾਂ $55 ਬਣਦੇ ਆ, $55 ਤੁਹਾਨੂੰ ਇੱਥੇ ਕੋਈ ਆਫਰ ਕਰਦਾ $55 ਪਰ ਆਵਰ ਦੇ ਵਿੱਚ, ਤਾਂ ਵੀ ਤੁਹਾਨੂੰ ਵਰਕ ਟੂ ਰੈਜ਼ੀਡੈਂਸ ਵੀਜ਼ਾ ਮਿਲੂਗਾ 2 ਸਾਲ ਦਾ। 2 ਸਾਲ ਦੇ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਹੈਗਾ ਉਹਨਾਂ ਦੇ ਲਈ ਜਿਨ੍ਹਾਂ ਦੀ ਜੋਬ ਓਕੂਪੇਸ਼ਨ ਗ੍ਰੀਨ ਲਿਸਟ ਦੇ ਵਿੱਚ ਨਹੀਂ ਆਉਂਦੀ ਆ। ਗ੍ਰੀਨ ਲਿਸਟ ਵਾਲਿਆਂ ਨੂੰ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਪੇ ਰੇਟ ਦੀ। $55 ਤੁਹਾਨੂੰ ਘੰਟਾ ਮਿਲਦਾ। ਤੁਹਾਡੀ ਗ੍ਰੀਨ ਲਿਸਟ ਓਕੂਪੇਸ਼ਨ ਨਹੀਂ ਹੈਗੀ ਆ, ਉਹਦੇ ਵਿੱਚ ਓਕੂਪੇਸ਼ਨ ਨਹੀਂ ਆਉਂਦੀ ਕੋਈ ਹੋਰ ਆ, ਤਾਂ ਤੁਸੀਂ ਉਹਦੇ ਵਿੱਚ ਵੀਜ਼ਾ ਲਗਵਾਓ, 2 ਸਾਲ ਕੰਮ ਕਰੋ ਉਸ ਵੀਜ਼ੇ ਦੇ ਉੱਤੇ, 2 ਸਾਲ ਬਾਅਦ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੀ ਗ੍ਰੀਨ ਲਿਸਟ ਵਿੱਚ ਹੈਗੀ ਤਾਂ ਤੁਸੀਂ ਸਤੰਬਰ ਤੋਂ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ। ਅਗਸਤ ਦੇ ਵਿੱਚ ਇੱਥੇ ਆ ਕੇ ਨਿਊਜ਼ੀਲੈਂਡ ਦੇ ਵਿੱਚ ਵਰਕ ਵੀਜ਼ਾ ਦੇ ਉੱਤੇ ਸਤੰਬਰ ਤੋਂ ਰੈਜ਼ੀਡੈਂਸੀ ਅਪਲਾਈ ਕਰੋ। ਸੋ ਕਹਿਣ ਦਾ ਮਤਲਬ, ਗ੍ਰੀਨ ਲਿਸਟ ਬਹੁਤ ਮੈਟਰ ਕਰਦੀ ਆ। ਉਹਦੇ ਵਿੱਚ ਜਿਹੜੀਆਂ 85 ਜੋਬ ਓਕੂਪੇਸ਼ਨਾਂ ਨੇ, ਉਹ ਬਹੁਤ ਮੈਟਰ ਕਰਦੀਆਂ ਨੇ। ਉਹਦੀ ਲਿਸਟ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ। ਹੁਣ ਗੱਲ ਕਰਦੇ ਹਾਂ ਜੀ ਆਪਣਾ ਲਾਸਟ ਟੌਪਿਕ ਜਿਹੜਾ ਰਹਿ ਗਿਆ ਆ, ਸਟੂਡੈਂਟ ਵੀਜ਼ਾ। ਸਟੂਡੈਂਟ ਵੀਜ਼ਾ ਦੀ ਬਹੁਤ ਕੁਐਰੀਜ਼ ਆ ਰਹੀਆਂ ਨੇ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਵੀ, ਬਾਈ ਕਦੋਂ ਸਟਾਰਟ ਹੋਣੇ ਆ, ਬਾਕੀ ਕੰਟਰੀਆਂ ਨੇ ਖੋਲ੍ਹ ਦਿੱਤੇ। ਹਾਂਜੀ ਜੀ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ ਤੇ ਇੰਗਲੈਂਡ ਹੋ ਗਿਆ, ਇਹਨਾਂ ਨੇ ਸ਼ਾਇਦ ਸਟੂਡੈਂਟ ਵੀਜ਼ਾ ਕਦੋਂ ਦੇ ਖੋਲ੍ਹ ਦਿੱਤੇ, ਪਰ ਨਿਊਜ਼ੀਲੈਂਡ ਹੀ ਐਸੀ ਕੰਟਰੀ ਸੀ ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਓਪਨ ਨਹੀਂ ਕੀਤੇ ਸੀ। ਸੋ ਨਿਊਜ਼ੀਲੈਂਡ ਦੇ ਸਟੂਡੈਂਟ ਵੀਜ਼ਾ ਜਿਹੜੇ ਨੇ ਉਹ 1 ਅਗਸਤ ਤੋਂ ਸਟਾਰਟ ਹੋ ਰਹੇ ਨੇ ਜੀ। ਤੇ ਤੁਸੀਂ ਆਪਣੀਆਂ ਐਪਲੀਕੇਸ਼ਨਾਂ ਜਿਹੜੀਆਂ ਸਟੂਡੈਂਟ ਵੀਜ਼ਾ ਦੇ ਲਈ ਆ, ਉਹ 1 ਅਗਸਤ ਤੋਂ ਸਟਾਰਟ ਕਰ ਸਕਦੇ ਹੋ। ਤੁਸੀਂ ਲਗਾ ਸਕਦੇ ਹੋ, ਲੋਜ ਕਰ ਸਕਦੇ ਹੋ। ਉਹ ਤੋਂ ਬਾਅਦ ਤੁਹਾਨੂੰ ਸਟੂਡੈਂਟ ਵੀਜ਼ਾ ਜਦੋਂ ਵੀ ਥੋੜਾ ਟਾਈਮ ਹੋਇਆ ਤੁਹਾਨੂੰ ਮਿਲ ਜੂਗਾ ਤੇ ਤੁਸੀਂ ਨਿਊਜ਼ੀਲੈਂਡ ਆ ਸਕਦੇ ਹੋ। ਹੁਣ ਇੱਥੇ ਜਿਹੜੀ ਨੋਟ ਕਰਨ ਵਾਲੀ ਮੇਨ ਗੱਲ ਆ, ਜਿਹੜੀਆਂ ਰੀਸੈਂਟ ਚੇਂਜਸ ਹੋਈਆਂ ਨੇ ਸਟੂਡੈਂਟ ਵੀਜ਼ਾ ਦੇ ਉੱਤੇ, ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਬਾਈ, ਸਟੂਡੈਂਟ ਵੀਜ਼ਾ ਪਹਿਲਾਂ ਵਾਂਗੂ ਇੱਥੇ ਜਿਹੜੇ ਉਹਨੂੰ ਰਾਈਟਸ ਮਿਲਦੇ ਸੀ ਉਹ ਬਹੁਤ ਵਧੀਆ ਸੀ। ਹੁਣ ਦੇ ਮੁਤਾਬਿਕ ਜਿਹੜੇ ਇਹਨਾਂ ਨੇ ਨਿਊ ਰੂਲ ਅਨਾਉਂਸ ਕੀਤੇ ਨੇ, ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਟੂਡੈਂਟ ਵੀਜ਼ਾ ਜਿਹੜਾ ਸੀ ਪਹਿਲਾਂ, ਜਿਹੜਾ ਜੋਬ ਸਰਚ ਵੀਜ਼ਾ ਹੁੰਦਾ ਸੀ, ਤੁਸੀਂ ਅਗਰ ਓਕਲੈਂਡ ਦੇ ਵਿੱਚ ਆਉਂਦੇ ਹੋ, 1 ਸਾਲ ਦੀ ਸਟੱਡੀ ਹੈ, ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਮਿਲਦਾ ਹੁੰਦਾ ਸੀ ਸਟੱਡੀ ਕੰਪਲੀਟ ਤੋਂ ਕਰਨ ਬਾਅਦ। ਕਿਹੜੀ ਵੀ ਸਟੱਡੀ ਹੋਵੇ, ਤੁਹਾਨੂੰ 1 ਸਾਲ ਦੀ ਸਟੱਡੀ ਕੀਤੀ, ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਮਿਲਦਾ ਹੁੰਦਾ ਸੀ। ਤੁਸੀਂ ਆਊਟ ਆਫ ਓਕਲੈਂਡ ਅਗਰ ਤੁਸੀਂ ਸਟੂਡੈਂਟ ਸਟੱਡੀ ਕਰਨ ਆਉਂਦੇ ਹੋ, ਤੁਹਾਨੂੰ 1 ਸਾਲ ਦੀ ਸਟੱਡੀ ਜਾਂ 2 ਸਾਲ ਦਾ ਵਰਕ ਪਰਮਿਟ। ਇੱਥੇ ਤੁਹਾਡੀ ਭਾਵੇਂ 1 ਸਾਲ ਦੀ ਸਟੱਡੀ ਜਾਂ 2 ਸਾਲ ਦੀ ਸਟੱਡੀ ਹੈ, ਤੁਹਾਨੂੰ ਵਰਕ ਵੀਜ਼ਾ ਮਿਲਣਾ ਆ ਉਹ 1 ਸਾਲ ਦਾ ਹੀ ਮਿਲਣਾ ਸੀ। ਓਕਲੈਂਡ ਦੇ ਵਿੱਚ ਜਿਹੜਾ ਆਊਟ ਆਫ ਓਕਲੈਂਡ ਆ, ਉੱਥੇ 2 ਸਾਲ ਦਾ ਵਰਕ ਵੀਜ਼ਾ ਮਿਲਦਾ ਹੁੰਦਾ ਸੀ। ਪਰ ਹੁਣ ਬਾਈ ਇਦਾਂ ਦਾ ਕੋਈ ਰੂਲ ਨਹੀਂ ਹੈਗਾ। ਹੁਣ ਜਿਹੜੀਆਂ ਨਿਊ ਸਟੂਡੈਂਟ ਵੀਜ਼ਾ ਜਿਹੜੇ ਆਉਣੇ ਆ, ਉਹਨਾਂ ਨੂੰ ਦੇਖ ਸੋਚ ਸਮਝ ਕੇ ਸਟੱਡੀ ਲੈਣੀ ਪੈਣੀ ਹੈ। ਪਹਿਲਾਂ ਵਾਂਗੂ ਨਹੀਂ ਰਿਹਾ ਵੀ ਕੋਈ ਵੀ ਸਟੱਡੀ ਲੈ ਕੇ ਆ ਜਾਓ ਤੁਹਾਨੂੰ ਵਰਕ ਵੀਜ਼ਾ ਮਿਲ ਜੂਗਾ। ਹੁਣ ਇਹਨਾਂ ਨੇ ਵਰਕ ਵੀਜ਼ਾ ਖਤਮ ਕਰ ਦਿੱਤਾ ਆ। ਇਹ ਕਹਿੰਦੇ ਆ ਕਿ ਸਟੂਡੈਂਟ ਵੀਜ਼ਾ ਤੁਸੀਂ ਲੈ ਕੇ ਆਓ, ਸਟੱਡੀ ਕਰੋ ਤੇ ਵਾਪਸ ਜਾਓ। ਬਹੁਤ ਔਖਾ ਹੋਣ ਵਾਲਾ ਸਟੂਡੈਂਟਸ ਦੇ ਲਈ, ਮੈਂ ਤੁਹਾਨੂੰ ਪਹਿਲਾਂ ਦੱਸ ਦੇਵਾਂ। ਤੇ ਜੇ ਤੁਸੀਂ ਸਟੂਡੈਂਟ ਵੀਜ਼ਾ ਲਾ ਕੇ ਆਉਂਦੇ ਹੋ, ਅਗਰ ਤੁਸੀਂ ਆਉਣਾ ਹੀ ਹੈ ਨਿਊਜ਼ੀਲੈਂਡ, ਮੈਥੀ ਲਿਆ ਹੋਇਆ, ਕਈ ਵੇਲੇ ਬੰਦੇ ਦਾ ਮਾਈਂਡ ਸੈਟ ਬਣਦਾ ਕਿ ਨਹੀਂ ਯਾਰ ਬਾਕੀ ਕੰਟਰੀਆਂ ਦਾ ਅਗਰ ਮੇਰਾ ਵੀਜ਼ਾ ਨਹੀਂ ਲੱਗਿਆ, ਕੈਨੇਡਾ ਦਾ ਸਮਝ ਲਓ ਨਹੀਂ ਰਿਫਿਊਜ਼ ਹੋ ਗਿਆ। ਕਈ ਬੰਦੇ ਹੁੰਦੇ ਆ, ਮੈਨੂੰ ਮੈਸੇਜ ਆਉਂਦੇ ਬਾਈ ਸਾਡਾ ਕੈਨੇਡਾ ਦਾ ਰਿਫਿਊਜ਼ ਹੋ ਗਿਆ, ਆਸਟ੍ਰੇਲੀਆ ਦਾ ਵੀ ਰਿਫਿਊਜ਼ ਹੋ ਗਿਆ, ਅਸੀਂ ਨਿਊਜ਼ੀਲੈਂਡ ਆਉਣਾ। ਮੈਂ ਕਿਹਾ ਯਾਰ ਬਾਈ ਪਹਿਲਾਂ ਤੁਸੀਂ ਉਹਨਾਂ ਕੰਟਰੀ, ਪਰ ਕਹਿੰਦੇ ਰਿਫਿਊਜ਼ ਹੋ ਚੁੱਕਾ। ਮੈਂ ਕਿਹਾ ਠੀਕ ਆ ਬਾਈ, ਆਇਓ ਉੱਥੇ। ਮੈਂ ਤਾਂ ਉਹਨਾਂ ਨੂੰ ਇਹੀ ਸਲਾਹ ਦਿੰਦਾ ਤੇ ਪਹਿਲਾਂ ਉਹਨਾਂ ਕੰਟਰੀਆਂ 'ਚ ਕਰ ਲਓ, ਕਿਉਂਕਿ ਉੱਥੇ ਦੇ ਜਿਹੜੀ ਇਮੀਗ੍ਰੇਸ਼ਨ ਰੂਲਸ ਨੇ ਉਹ ਥੋੜ੍ਹੇ ਈਜ਼ੀ ਨੇ ਐਜ਼ ਕੰਪੇਅਰ ਟੂ ਨਿਊਜ਼ੀਲੈਂਡ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ ਤੁਹਾਨੂੰ ਸਮਝ ਲਓ ਸੇਮ ਹੀ ਹੈ, ਪਰ ਮੈਂ ਜ਼ਿਆਦਾਤਰ ਰੈਫਰ ਕਰਦਾ ਹੁੰਦਾ ਵੀ ਚਲੋ ਬਾਈ ਕੈਨੇਡਾ ਚਲ ਜਾਓ ਤੁਸੀਂ, ਹੈ ਨਾ।
ਕਿਉਂਕਿ ਯਾਰ ਆਫਟਰ ਆਲ ਸਾਰਿਆਂ ਨੂੰ ਜਿਹੜੀ ਰੈਜ਼ੀਡੈਂਸੀ ਚਾਹੀਦੀ ਆ ਉਹਦੇ ਨਾਲ ਮੈਟਰ ਕਰਦਾ ਆ। ਸਟੱਡੀ ਸਟੂਡੈਂਟ ਕੋਈ ਕਰਨ ਨਹੀਂ ਆਉਂਦਾ ਆ, ਬਹੁਤ ਟਾਵਾਂ ਤੁਸੀਂ ਕਹਿ ਲਓ ਕਿ ਸਟੂਡੈਂਟ ਇੱਥੇ ਸਟੱਡੀ ਕਰਨ ਦੇ ਲਈ ਆਉਂਦੇ ਆ, ਪਰ ਸਾਰਿਆਂ ਦਾ ਮੇਨ ਜਿਹੜਾ ਮਕਸਦ ਹੁੰਦਾ ਆ ਉਹ ਬੰਦੇ ਦਾ ਇਹੀ ਹੁੰਦਾ ਕਿ ਇੱਕ ਵਾਰ ਰੈਜ਼ੀਡੈਂਸੀ ਮਿਲ ਜਾਵੇ ਜਿਹੜੀ ਕੰਟਰੀ 'ਚ ਜਾ ਰਹੀ ਹੈ, ਇੱਥੇ ਸੈਟਲ ਹੋ ਜਾਈਏ। ਸੋ ਪਹਿਲਾਂ ਹੁੰਦਾ ਸੀ ਕਿ ਕੋਈ ਵੀ ਸਟੱਡੀ ਲੈ ਕੇ ਆ ਜਾਓ ਤੁਹਾਨੂੰ ਵਰਕ ਵੀਜ਼ਾ ਮਿਲੂਗਾ। ਹੁਣ ਐਵੇਂ ਦਾ ਰੂਲ ਨਹੀਂ ਰਿਹਾ। ਹੁਣ ਕੋਈ ਵੀ ਨਿਊ ਸਟੂਡੈਂਟ ਜਿਹੜਾ ਆ ਰਿਹਾ 1 ਅਗਸਤ ਤੋਂ ਜਿਹੜਾ ਵੀ ਆਪਣੀ ਐਪਲੀਕੇਸ਼ਨ ਪਾਊਗਾ ਨਵੇਂ ਸਟੂਡੈਂਟ, ਉਹਨਾਂ ਨੂੰ ਵਰਕ ਵੀਜ਼ਾ ਨਹੀਂ ਮਿਲੂਗਾ ਅੰਟਿਲ ਅਨਲੈਸ ਤੁਹਾਡੀ ਜਿਹੜੀ ਜੋਬ ਹੈ, ਜਿਹੜੀ ਸਟੱਡੀ ਆ ਉਹ ਸਟੱਡੀ ਉਹਨਾਂ ਗ੍ਰੀਨ ਲਿਸਟ ਜਿਹੜੀ ਆ 85 ਜੋ ਓਕੂਪੇਸ਼ਨ ਆ, ਜਿਹੜਾ ਦਾ ਮੈਂ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ, ਚੈੱਕ ਕਰ ਲਿਓ, ਉਹਦੇ ਨਾਲ ਮੈਚ ਹੋਣੀ ਚਾਹੀਦੀ। ਮਤਲਬ ਕਿ ਤੁਸੀਂ ਸਟੱਡੀ ਉਹਦੇ ਜਿਹੜੀਆਂ ਓਕੂਪੇਸ਼ਨਾਂ ਨੇ ਉਹਦੇ ਰਿਲੇਟਡ ਹੀ ਤੁਸੀਂ ਸਟੱਡੀ ਕਰਨ ਆ ਰਹੇ ਹੋ। ਜੇ ਤੁਸੀਂ ਉਹਦੇ ਰਿਲੇਟਡ ਸਟੱਡੀ ਕਰਨ ਆ ਰਹੇ ਹੋ ਫਿਰ ਤੁਹਾਨੂੰ ਵਰਕ ਵੀਜ਼ਾ ਮਿਲੂਗਾ, ਅਦਰਵਾਈਜ਼ ਤੁਹਾਨੂੰ ਵਰਕ ਵੀਜ਼ਾ ਨਹੀਂ ਮਿਲੂਗਾ। ਪਹਿਲਾਂ ਕੀ ਹੁੰਦੇ ਸੀ, ਬਹੁਤ ਸਟੂਡੈਂਟ ਆਉਂਦੇ ਸੀ ਕੁਕਰੀ ਦੀ ਸਟੱਡੀ ਲੈ ਕੇ, ਤੇ ਆਪਾਂ ਕੁਕਰੀ ਦੀ ਸਟੱਡੀ ਲੈ ਕੇ ਆ ਜਾਂਦੇ ਆ। ਬਹੁਤ ਬੰਦੇ PR ਹੋਏ ਬਾਈ ਕੁਕਰੀ ਦੀ ਸਟੱਡੀ ਵਿੱਚ, ਬਹੁਤ ਲੈ ਕੇ ਆਉਂਦੇ ਸੀ ਇੱਥੇ ਸ਼ੈਫ ਬਣ ਕੇ ਜਾਂ ਸ਼ੂ ਸ਼ੈਫ ਬਣ ਕੇ ਤੁਹਾਨੂੰ PR ਮਿਲ ਜਾਂਦੀ ਹੁੰਦੀ ਈਜ਼ੀਲੀ। ਪਰ ਹੁਣ ਇਹਨਾਂ ਨੇ ਸ਼ੈਫ ਦੀ ਜਿਹੜੀ ਸਟੱਡੀ ਆ ਉਹ ਚੱਕ ਦਿੱਤੀ ਆ ਬਾਈ, ਤੇ ਉਹਦੇ ਵਿੱਚ ਅਗਰ ਤੁਸੀਂ ਕੁਕਰੀ ਦਾ ਕੋਰਸ ਵੀ ਲੈ ਕੇ ਆਉਂਦੇ ਤੁਹਾਨੂੰ ਜੋਬ ਮਿਲ ਜੂਗੀ, ਪਰ ਤੁਹਾਨੂੰ ਵਰਕ ਵੀਜ਼ਾ ਨਹੀਂ, ਓਪਨ ਵਰਕ ਵੀਜ਼ਾ ਨਹੀਂ ਮਿਲਣਾ ਜਿਹੜਾ ਵਰਕ ਪਰਮਿਟ ਸਟੱਡੀ ਕਰਨ ਤੋਂ ਬਾਅਦ ਮਿਲਦਾ ਸੀ। ਇਸ ਕਰਕੇ ਬਾਈ ਬਹੁਤ ਇੰਪੋਰਟੈਂਟ ਆ, ਅਗਰ ਤੁਸੀਂ ਨਿਊਜ਼ੀਲੈਂਡ ਦੀ ਫਾਈਲ ਲਗਾ ਰਹੇ ਹੋ ਸਟੂਡੈਂਟ ਵੀਜ਼ਾ ਤੇ ਆਉਣਾ ਆ, ਤਾਂ ਤੁਸੀਂ ਆਪਣੀ ਜਿਹੜੀ ਜੋ ਸਟੱਡੀ ਆ ਉਹ ਇਹਨਾਂ ਜੋ ਓਕੂਪੇਸ਼ਨਾਂ 85 ਜਿਹੜੀ ਗ੍ਰੀਨ ਲਿਸਟ ਦੇ ਵਿੱਚ ਓਕੂਪੇਸ਼ਨਾਂ ਆਉਂਦੀਆਂ ਨੇ ਉਹਦੇ ਨਾਲ ਮੈਚ ਕਰ ਲਿਓ। ਅਗਰ ਤੁਹਾਡੀ ਸਟੱਡੀ ਮੈਚ ਹੁੰਦੀ ਹੋਈ ਆ, ਤੁਸੀਂ ਉਹਦੇ ਰਿਲੇਟਡ ਹੀ ਸਟੱਡੀ ਕਰਨ ਆ ਰਹੇ ਹੋ, ਤਾਂ ਤੁਹਾਨੂੰ ਵਰਕ ਵੀਜ਼ਾ ਮਿਲ ਜੂਗਾ। ਇਹ ਜਿਹੜੇ ਵਰਕ ਵੀਜ਼ਾ ਰੂਲ ਹੈ ਇਹ ਸਿਰਫ ਉਹਨਾਂ ਦੇ ਲਈ ਆ ਜਿਹੜੇ ਲੋ ਲੈਵਲ ਦੀ ਸਟੱਡੀ ਕਰਦੇ ਹੁੰਦੇ ਸੀ। ਪਹਿਲਾਂ ਲੈਵਲਸ 5 ਹੋ ਗਿਆ, 6 ਹੋ ਗਿਆ, 7 ਹੋ ਗਿਆ, ਡਿਪਲੋਮਾ ਕਰਨ ਆਉਂਦੀ ਸੀ, ਉਹਨਾਂ ਦੇ ਲਈ ਆ, ਉਹਨਾਂ ਨੂੰ ਵਰਕ ਵੀਜ਼ਾ ਨਹੀਂ ਮਿਲੂਗਾ ਜੇ ਤੁਹਾਡੀ ਜੋਬ ਓਕੂਪੇਸ਼ਨ 85 ਗ੍ਰੀਨ ਲਿਸਟ ਵਿੱਚ ਨਹੀਂ ਆਉਂਦੀ ਹੈ। ਜਿਹੜੇ ਆ ਰਹੇ ਇੱਥੇ ਬਾਈ PhD ਕਰਨ, ਇੰਜੀਨੀਅਰਿੰਗ ਕਰਨ, 3 ਸਾਲ ਦਾ ਕੋਰਸ ਲੈ ਕੇ ਆ ਰਹੇ, ਉਹਦੇ ਵਿੱਚ ਫੀਸਾਂ ਵੀ ਵੱਧ ਲੱਗੂਗੀਆਂ, ਤੁਹਾਨੂੰ ਵੀ ਪਤਾ ਆ। ਤੇ ਅਗਰ ਡਿਗਰੀ ਕਰਨ ਆ ਰਹੇ ਹੋ ਤੁਸੀਂ, ਜਿੰਨੇ ਸਾਲ ਦੀ ਤੁਹਾਡੀ ਡਿਗਰੀ ਹੋਈ, ਜਿੰਨੇ ਸਾਲ ਦੀ PhD ਹੋਈ, ਤੁਹਾਨੂੰ ਤਾਂ ਇਹਨਾਂ ਨੇ ਵਰਕ ਵੀਜ਼ਾ ਜਿਹੜਾ ਆ ਉਹ 3 ਸਾਲ ਦੀ ਸਟੱਡੀ ਹੋਈ ਅਗਰ ਤੁਹਾਡੀ ਤਾਂ 3 ਸਾਲ ਦਾ ਹੀ ਮਿਲੂਗਾ, 2 ਸਾਲ ਦੀ ਡਿਗਰੀ ਹੋਈ 2 ਸਾਲ ਦਾ ਮਿਲੂਗਾ। ਕਹਿਣ ਦਾ ਮਤਲਬ ਜਿਹੜੇ ਅਪ ਲੈਵਲ ਦੀ ਸਟੱਡੀ ਲੈਣ ਆ ਰਹੇ ਨੇ, ਆਪਣੇ ਮਾਸਟਰਸ ਕਰਨ ਆ ਰਹੇ ਨੇ, ਡਿਗਰੀਜ਼ ਕਰਨ, ਇੰਜੀਨੀਅਰਿੰਗ ਕਰਨ ਆ ਰਹੇ ਨੇ, ਉਹਨਾਂ ਦੇ ਲਈ ਕੋਈ ਰੂਲ ਚੇਂਜ ਨਹੀਂ ਹੈਗਾ। ਉਹਨਾਂ ਨੇ ਸਟੱਡੀ ਕਰਨੀ ਆ ਉਹਦੇ ਲਈ ਬਾਈ ਤੁਹਾਨੂੰ ਫੀਸ ਵੀ ਬਹੁਤ ਮਹਿੰਗੀ ਸਟੱਡੀ ਪੈ ਜਾਂਦੀ ਆ, ਉਹ 40-40 50-50 ਹਜ਼ਾਰ ਡਾਲਰ ਲੱਗ ਜਾਂਦਾ ਆ, ਜਿਹੜਾ ਇੰਡੀਆ ਦਾ 25-30 ਲੱਖ ਰੁਪਏ ਕਹਿ ਲਓ ਕਿ ਤੁਹਾਨੂੰ ਸਟੱਡੀ ਦੇ ਵਿੱਚ ਲੱਗ ਜਾਣਾ ਆ। ਸੋ ਅਗਰ ਤੁਸੀਂ ਉਹ ਕਰਨ ਆ ਰਹੇ ਨੇ ਤਾਂ ਤੁਹਾਨੂੰ ਵਰਕ ਵੀਜ਼ਾ ਮਿਲੂਗਾ। ਜੇ ਤੁਸੀਂ ਲੋ ਲੈਵਲ ਦੀ ਸਟੱਡੀ ਕਰਨ ਆ ਰਹੇ ਨੇ, ਲੈਵਲ 7, 6, 5 ਕੋਈ ਵੀ ਡਿਪਲੋਮਾ ਕਰਨ ਆ ਰਿਹਾ ਹੋ, ਫਿਰ ਤੁਹਾਨੂੰ ਵਰਕ ਵੀਜ਼ਾ ਨਹੀਂ ਮਿਲੂਗਾ ਅਗਰ ਤੁਹਾਡੀ ਜੋਬ ਓਕੂਪੇਸ਼ਨ 85 ਗ੍ਰੀਨ ਲਿਸਟ ਦੇ ਵਿੱਚ ਨਹੀਂ ਆਉਂਦੀ ਆ। ਸੋ ਜਿਹੜੀ ਰੀਸੈਂਟ ਅਨਾਊਂਸਮੈਂਟ ਹੋਈ ਉਹਦੇ ਮੁਤਾਬਿਕ ਕਹਿਣ ਦਾ ਮਤਲਬ ਇਹੀ ਆ, ਸਿੱਟਾ ਇਹ ਨਿਕਲਦਾ ਆ, ਜੋ ਵੀ ਤੁਸੀਂ ਕਰਨਾ ਆ ਉਹ 85 ਜੋਬ ਓਕੂਪੇਸ਼ਨਾਂ ਜਿਹੜੀਆਂ ਗ੍ਰੀਨ ਲਿਸਟ ਇਹਨਾਂ ਨੇ ਕੱਢੀ ਆ ਉਹਦੇ ਨਾਲ ਤੁਹਾਡੀ ਸਟੱਡੀ ਹੋ ਗਈ, ਰੈਜ਼ੀਡੈਂਸੀ ਪਾਣੀ ਜਾਂ ਕੁਝ ਵੀ ਹੋਣਾ ਉਹਦੇ ਨਾਲ ਰਿਲੇਟਡ ਹੋਣੀ ਚਾਹੀਦੀ ਹੈ ਬਾਈ। ਤੁਹਾਨੂੰ ਸਾਰਾ ਤੁਹਾਡਾ ਫਿਊਚਰ ਬ੍ਰਾਈਟ ਆ ਨਿਊਜ਼ੀਲੈਂਡ ਦੇ ਵਿੱਚ ਅਗਰ ਤੁਹਾਡੀ ਓਕੂਪੇਸ਼ਨਾਂ ਜੋਬ ਓਕੂਪੇਸ਼ਨਾਂ ਉਹਨਾਂ ਗ੍ਰੀਨ ਲਿਸਟ ਦੇ ਵਿੱਚ ਆਉਂਦੀ ਆ, 85 ਜੋਬਾਂ ਦੇ ਵਿੱਚ ਆਉਂਦੀ ਆ। ਤਾਂ ਅਗਰ ਉਹਨਾਂ ਦੇ ਵਿੱਚ ਨਹੀਂ ਆਉਂਦਾ, ਤੁਹਾਡੇ ਲਈ ਰੈਜ਼ੀਡੈਂਸੀ ਲੈਣੀ, ਵਰਕ ਵੀਜ਼ਾ ਲੈਣਾ ਤੇ ਸਟੱਡੀ ਵੀ ਕਰਨੀ ਬਹੁਤ ਮੁਸ਼ਕਲ ਹੋ ਜਾਣੀ ਆ। ਸੋ ਇਸ ਕਰਕੇ ਬਾਈ ਅਗਰ ਤੁਸੀਂ ਆਉਣਾ ਹੈ ਮੇਕ ਸ਼ੋਰ ਕਰ ਲਿਓ ਕਿ ਤੁਹਾਡੀ ਜੋਬ ਓਕੂਪੇਸ਼ਨ ਉਸ 85 ਲਿਸਟ ਦੇ ਵਿੱਚ ਆਉਂਦੀ ਹੋਵੇ। ਇੱਕ ਗੱਲ ਹੋਰ ਬਾਈ ਇਹਦੇ ਵਿੱਚ ਕਿ ਤੁਹਾਨੂੰ ਜਿਹੜਾ ਪਹਿਲਾਂ ਸ਼ੋਅ ਕਰਨਾ ਪੈਂਦਾ ਸੀ ਨਿਊਜ਼ੀਲੈਂਡ ਦੇ ਵਿੱਚ, ਤੁਹਾਨੂੰ FTS ਜਿਹੜਾ ਹੁੰਦਾ ਸੀ ਇੰਡੀਆ ਤੋਂ, ਤੁਹਾਨੂੰ ਇੱਥੇ ਆਪਣੇ ਬੈਂਕ ਜਿੱਦਾਂ ਕੈਨੇਡਾ ਦੇ ਵਿੱਚ ਵੀ ਤੁਹਾਨੂੰ ਟ੍ਰਾਂਸਫਰ ਕਰਨਾ ਪੈਂਦਾ ਕੁਝ ਅਮਾਊਂਟ, ਇੱਥੇ ਵੀ ਤੁਹਾਨੂੰ ਅਮਾਊਂਟ ਕਰਨਾ ਪੈਂਦਾ। ਤੁਹਾਡੀ ਆਪਣੀ ਜਿਹੜੀ ਕੋਸਟ ਆਫ ਲਿਵਿੰਗ ਜਿਹੜੀ ਇਹ ਨਿਊਜ਼ੀਲੈਂਡ ਦੀ ਗਵਰਨਮੈਂਟ ਇਮੀਗ੍ਰੇਸ਼ਨ ਕਹਿ ਰਹੀ ਆ ਕਿ ਜਦੋਂ ਤੁਸੀਂ ਇੱਥੇ ਆਏ ਹੁੰਦੇ ਤਾਂ ਤੁਹਾਨੂੰ ਹਰ ਮਹੀਨੇ ਤੁਹਾਨੂੰ ਪੈਸੇ ਦੇਣਾ, ਉਹ ਤੁਹਾਡਾ ਹੀ ਪੈਸਾ ਹੁੰਦਾ ਆ ਉਹ। ਪਰ ਤੁਹਾਨੂੰ ਜਦੋਂ ਤੁਸੀਂ ਪਹਿਲਾਂ ਵੀਜ਼ਾ ਅਪਲਾਈ ਕਰਦੇ ਹੁੰਦੇ ਸੀ ਸਟੂਡੈਂਟ ਵੀਜ਼ਾ, ਤੁਹਾਨੂੰ $15,000 ਸ਼ੋਅ ਕਰਨਾ ਪੈਂਦਾ ਸੀ, $15,000 ਇੱਥੇ ਬੈਂਕ ਵਿੱਚ ਪਾਉਣਾ ਪੈਂਦਾ ਸੀ ਤੇ ਤੁਹਾਨੂੰ ਫਿਰ ਤੁਹਾਡਾ ਵੀਜ਼ਾ ਲੱਗ ਜਾਂਦਾ ਹੁੰਦਾ ਜੀ, FTS ਕਹਿੰਦੇ ਸੀ ਉਹਨੂੰ ਨਾ। ਤੇ ਹੁਣ ਇਹਨਾਂ ਨੇ ਉਹ ਲਿਮਿਟ ਜਿਹੜੀ ਵਧਾ ਕੇ 15,000 ਤੋਂ 20,000 ਕਰ ਦਿੱਤੀ ਆ। ਮਤਲਬ ਕਿ ਇੰਡੀਆ ਦਾ 10 ਲੱਖ ਰੁਪਇਆ ਲਗਾ ਲਓ, ਤੁਹਾਨੂੰ $20,000 ਇੱਥੇ ਆਪਣੇ ਬੈਂਕ 'ਚ ਪਾਉਣਾ ਪੈਣਾ, ਉਹ ਤੋਂ ਬਾਅਦ ਤੁਸੀਂ ਇੱਥੇ ਆ ਸਕਦੇ ਹੋ। ਉਹਦੇ ਵਿੱਚ ਵੀ 5,000 ਦਾ ਇਹਨਾਂ ਨੇ ਇੰਕਰੀਮੈਂਟ ਕਰ ਦਿੱਤਾ ਆ। ਪਹਿਲਾਂ 15,000 ਹੁੰਦਾ ਸੀ, ਹੁਣ 20,000 ਤੁਹਾਨੂੰ ਸਬਮਿਟ ਕਰਾਉਣਾ ਪੈਣਾ। ਉਹ ਜਿਹੜਾ ਪੈਸਾ ਆ ਉਹ ਤੁਹਾਡਾ ਹੀ ਹੋਣਾ ਆ, $20,000 ਉਹ ਤੁਹਾਨੂੰ ਮਹੀਨੇ ਦੇ ਮਹੀਨੇ ਇਹਨਾਂ ਨੇ 12 ਮਹੀਨਿਆਂ ਦੇ ਵਿੱਚ ਤੁਹਾਨੂੰ ਪੈਸੇ ਉਹ ਦੇ ਦੇਣੇ ਆ। ਹਰ ਮਹੀਨੇ ਤੁਹਾਨੂੰ ਜਿੰਨਾ ਵੀ ਬਣਦਾ ਹੋਇਆ 12 ਮਹੀਨਿਆਂ ਦੇ ਹਿਸਾਬ ਨਾਲ ਤੁਹਾਨੂੰ ਤੁਹਾਡੇ ਬੈਂਕ ਵਿੱਚ ਇਹ ਪਾ ਦਿੰਦੇ ਆ। ਸੋ ਇਹ ਸੀ ਜੀ ਅੱਜ ਦੀ ਰੀਸੈਂਟ ਅਨਾਊਂਸਮੈਂਟ ਜਿਹੜੀ ਹੋਈ ਆ, ਇਹਨਾਂ ਦੇ ਰੂਲਸ ਦੇ ਵਿੱਚ ਚੇਂਜਸ ਹੋਏ ਨੇ, ਉਹਨਾਂ ਦੇ ਉੱਤੇ ਵੀਡੀਓ। ਆਈ ਹੋਪ ਥੋੜੇ ਬਹੁਤੇ ਡਾਊਟ ਜਿਹੜੇ ਆ ਕਲੀਅਰ ਹੋਏ ਹੋਣਗੇ। ਤੇ ਬਾਕੀ ਤੁਸੀਂ ਆਪ ਸਮਝਦਾਰ ਹੋ ਬਾਈ, ਤੁਸੀਂ ਨਿਊਜ਼ੀਲੈਂਡ ਵਿੱਚ ਆਉਣਾ ਆ ਤਾਂ ਤੁਸੀਂ ਆਪਣਾ ਡਿਸੀਜਨ ਅਗਰ ਬਣਾਇਆ ਹੋਇਆ ਤੁਸੀਂ ਜੀ ਸੱਦ ਕੇ ਆਓ। ਬਾਕੀ ਲਿਸਟ ਜਿਹੜੀ ਆ ਤੁਸੀਂ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪ ਵੀ ਪੜ੍ਹ ਸਕਦੇ ਹੋ। ਇਹ ਵੀਡੀਓ ਇੱਕ ਜਰੀਆ ਆ ਬਾਈ, ਇੱਕ ਸੌਖੇ ਜਿਹੇ ਸ਼ਬਦਾਂ ਨਾਲ ਮੈਂ ਸਮਝਾ ਜਾਂਦਾ,
ਬਾਕੀ ਤੁਸੀਂ ਪੜ੍ਹੇ ਲਿਖੇ ਹੁੰਦੇ ਹੋ, ਤੁਸੀਂ ਇਮੀਗ੍ਰੇਸ਼ਨ ਦੀ ਵੈਬਸਾਈਟ ਜਿਹੜੀ ਆ ਮੈਂ ਉਹ ਵੀ ਲਿੰਕ ਦੇ ਦਾਂਗਾ ਥੱਲੇ, ਉਹਦੇ ਉੱਤੇ ਜਾ ਕੇ ਰੀਸੈਂਟ ਅਨਾਉਂਸਮੈਂਟ ਜਿੰਨੀਆਂ ਵੀ ਹੋਈਆਂ ਤੁਸੀਂ ਇੰਗਲਿਸ਼ ਦੇ ਵਿੱਚ ਸਾਰੀਆਂ ਪੜ੍ਹ ਸਕਦੇ ਹੋ। ਤੋਂ ਮੇਰੇ ਤੋਂ ਕੋਈ ਗਲਤ ਇਨਫੋਰਮੇਸ਼ਨ ਦੇ ਹੋ ਗਈ ਹੋਵੇ, ਤੁਸੀਂ ਉਹਦੇ ਵਿੱਚ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਬੰਦੇ ਤੋਂ ਹੋ ਜਾਂਦਾ ਕਈ ਵੇਲੇ ਮੈਂ ਕੁਝ ਗਲਤ ਬੋਲ ਦਿੰਦਾ ਆ, ਵੈਸੇ ਤਾਂ ਮੈਂ ਜਿੰਨਾ ਵੀ ਹੁੰਦਾ ਮੈਂ ਸਾਰਾ ਇਮੀਗ੍ਰੇਸ਼ਨ ਦੀ ਸਾਈਟ ਤੋਂ ਪੜ੍ਹ ਕੇ ਦਿੰਦਾ ਆ। ਅਗਰ ਬਾਈ ਦੇ ਵੇ ਕੁਛ ਗਲਤੀ ਮਲਤੀ ਹੋ ਗਈ ਤਾਂ ਉਹਦੇ ਲਈ ਮਾਫੀ ਬਾਈ। ਤੇ ਬਾਕੀ ਤੁਸੀਂ ਆਪ ਰਿਸਰਚ ਕਰੋ ਆਪਣੀ, ਜੇ ਤੁਸੀਂ ਨਿਊਜ਼ੀਲੈਂਡ ਆਉਣਾ ਤੁਸੀਂ ਜੀ ਸਦਕੇ ਆਓ, ਚਾਹੇ ਤੁਸੀਂ ਪੱਕੇ ਤੌਰ ਤੇ ਆਉਣਾ, ਚਾਹੇ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਤੇ ਆਉਣਾ ਆ। ਬਾਕੀ ਤੁਹਾਨੂੰ ਸਾਰਾ ਕੁਝ ਇਨਫੋਰਮੇਸ਼ਨ ਦੇਤੀ ਆ। ਬਸ ਇਹੀ ਸੀ ਜੀ ਅੱਜ ਦੀ ਵੀਡੀਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇ ਥੋੜਾ ਕੋਈ ਡਾਊਟ ਹੋਇਆ ਉਹ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਇੱਧਰ ਕੋਈ ਤੇ ਆਈਡੀ ਮੈਂਸ਼ਨ ਹੋਣੀ ਆ, ਤੁਸੀਂ ਉਹਦੇ ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਮੈਂ ਥੋੜਾ ਬਿਜ਼ੀ ਹੋਣ ਦੇ ਕਰਕੇ ਕਈ ਵੇਲੇ ਮੇਰੇ ਤੋਂ ਰਿਪਲਾਈ ਨਹੀਂ ਹੁੰਦਾ ਬਾਈ, ਥੋੜਾ ਵੇਟ ਕਰ ਲਿਆ ਕਰੋ, ਰਿਪਲਾਈ ਮੈਂ ਕਰਦਾ ਹੀ ਹੁੰਦਾ ਆ। ਸਾਰੀ ਇਨਫੋਰਮੇਸ਼ਨ ਦੇਤੀ ਆ। ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਇਆ ਤੁਸੀਂ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ, ਨਹੀਂ ਪਤਾ ਲੱਗਦਾ ਉੱਥੇ ਵੀ ਫਿਰ ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਜਿੱਥੇ ਤੱਕ ਮੇਰੀ ਨੌਲੇਜ ਹੋਈ ਮੈਂ ਤੁਹਾਨੂੰ ਜ਼ਰੂਰ ਕਲੀਅਰ ਕਰਾਂਗਾ। ਤੇ ਮਿਲਦੇ ਹਾਂ ਜੀ, ਭੁੱਲ ਚੁੱਕ ਮਾਫੀ, ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ। ਚੰਗਾ ਜੀ, ਸਤਿ ਸ਼੍ਰੀ ਅਕਾਲ।